ਅੰਗ 1083 ਉੱਪਰ ਵੀ ਪਾਤਸ਼ਾਹ ਕਹਿੰਦੇ ਕਿਰਤਮ ਨਾਮ ਕਥੇ ਤੇਰੇ ਜੇਬਾ ਸਤ ਨਾਮ ਤੇਰਾ ਪਰਾ ਪੂਰਬਲਾ। ਹੁਣ ਕਿਰਤਮ ਨਾਮ ਕਥੇ ਤੇਰੇ ਜੇਬਾ, ਜਿਹੜੀ ਸਾਡੀ ਜੇਬ ਹੈ, ਜੇਬਾ ਅਸੀਂ ਮੰਨਦੇ ਹਾਂ ਜੀਵ ਨੂੰ, ਵੈਸੇ ਜੀਵ ਨਹੀਂ ਹੈ ਜੇਬਾ। ਜੇਬਾ ਹੈਗੀ ਸਾਡੀ ਬੁੱਧੀ। ਸਾਡੀ ਬੁੱਧੀ ਦੇ ਅੰਦਰ ਗਿਆਨ ਕੀ ਆਉਂਦਾ? ਕਿਰਤਮ ਨਾਮ, ਕਿ ਜੋ ਕੁਛ ਇੱਥੇ ਭਾਣਾ ਵਰਤਦਾ, ਕਿਰਤ ਵਰਤਦੀ ਹੈ ਮਾਇਆ ਦੇ ਅੰਦਰ। ਜੋ ਵੀ ਸਾਡੀ ਸੋਚ, ਕਿਰਤ ਹੁੰਦੀ ਹੈ ਸੋਚ, ਮੰਮਾ ਲੱਗਿਆ ਨੈਗੇਟਿਵ। ਜੋ ਮਾਇਆ ਦੇ ਵਿੱਚ ਸਾਡੀ ਸੋਚ ਹੈ, ਕਿਰਤਮ ਨਾਮ ਕਥੇ, ਉਹਦਾ ਅਸੀਂ ਵਿਖਿਆਨ ਕਰਦੇ ਹਾਂ। ਉਹਦੇ ਪ੍ਰਮਾਣ ਦਿੱਤੇ ਆ ਪਾਤਸ਼ਾਹੀਆਂ ਨੇ ਵੀ। ਸੱਚ ਨੂੰ ਸਮਝਾਉਣ ਵਾਸਤੇ, ਸੱਚ ਦੀ ਆਤਮਾ ਬਾਰੇ ਸਮਝਾਉਣ ਵਾਸਤੇ ਜੋ ਗਿਆਨ ਦਿੱਤਾ ਉਹ ਗੁਰਬਾਣੀ ਨੇ ਸੰਸਾਰ ਦੀਆਂ ਉਦਾਹਰਨਾਂ ਹੀ ਦਿੱਤੀਆਂ। ਸੂਰਜ ਦੀ ਦੇਤੀਆਂ, ਪਾਣੀ ਦੀ ਦੇਤੀ, ਅੱਗ ਦੀ ਦੇਤੀ, ਭੁੱਖੇ ਦੀ ਦੇਤੀ, ਰੱਜੇ ਦੀ ਦੇਤੀ, ਉਹ ਸੰਸਾਰ 'ਚ ਹੀ ਦਿੱਤੀਆਂ ਸਾਰੀਆਂ। ਸਤਨਾਮ ਤੇਰਾ ਪਰਾ ਪੂਰਬ, ਆਹ ਦੱਸਿਆ ਕਿ ਕਿਧਰ ਅਸਲ ਜਿਹੜਾ ਤੂੰ ਸਤਨਾਮ ਹੈ, ਤੂੰ ਸਤ ਸਰੂਪ ਹੈ, ਤੇਰੀ ਜਿਹੜੀ ਸਵੈ ਇੱਛਾ ਹੈ ਉਹ ਪਰਾ ਪੂਰਬ ਹੈ, ਉਹ ਮਾਇਆ ਤੋਂ ਪਰੇ ਹੈ। ਤੇਰਾ ਅਸਲ ਵਜੂਦ ਮਾਇਆ ਤੋਂ ਪਰੇ ਹੈ, ਬਸ ਤੇਰਾ ਧਿਆਨ ਮਾਇਆ 'ਚ ਆ ਗਿਆ। ਦਸਵੇਂ ਪਾਤਸ਼ਾਹ ਵੀ ਕਹਿੰਦੇ ਆ ਦਸਵੇਂ ਗ੍ਰੰਥ ਦੇ ਅੰਦਰ, ਕਹਿੰਦੇ ਸਭ ਆਪਣੀ ਆਪਣੀ ਰੁਝਾਨਾ ਪਾਰ ਬ੍ਰਹਮ ਕਾਹੂ ਨਾ ਪਛਾਨਾ। ਸਭ ਨੇ ਕਹਿੰਦੇ ਆਪੋ ਆਪਣੀ ਗੱਲਾਂ ਦੇ ਵਿੱਚ ਚਲ ਜਗੇ। ਪਹਿਲਾਂ ਕੁਛ ਹੋਰ ਕਹਿੰਦੇ ਆ, ਸਾਲ 6 ਮਹੀਨੇ ਬਾਅਦ ਬਦਲ ਜਾਂਦੇ। ਪਾਰ ਬ੍ਰਹਮ ਕਾਹੂ ਨਾ ਜਾਣਾ, ਉਹਨਾਂ ਨੇ ਨਹੀਂ ਦੇਖਿਆ ਵੀ ਸਾਡਾ ਬ੍ਰਹਮ ਮਾਇਆ ਤੋਂ ਪਾਰ ਗਿਆ ਹੈ ਵੀ ਕਿ ਨਹੀਂ ਗਿਆ। ਬਸ ਲੋਕਾਂ ਨੂੰ ਹੈ ਮੇਰੇ ਮਨਾ, ਜਿਵੇਂ ਤੂੰ ਅੱਜ ਇਹ ਗੱਲਾਂ ਕਰਦਾ, ਇਹਨਾਂ ਗੱਲਾਂ ਨਾਲ ਤਾਂ ਲੋਕਾਂ ਨੂੰ ਭਰਮਾ ਸਕਦਾ, ਪਰ ਅਸਲ ਵਿੱਚ ਸੱਚਖੰਡ ਨੇ ਨਹੀਂ ਖੁਸ਼ ਹੋਣਾ। ਸ਼ਬਦਾਂ ਦੇ ਜਾਲ ਬੁਣ ਕੇ ਤਾਂ ਇੱਕ ਦੋ ਬੰਦੇ ਪ੍ਰਭਾਵਿਤ ਹੋ ਸਕਦੇ ਆ ਵੀ ਬੜੀਆਂ ਵੱਡੀਆਂ ਗੱਲਾਂ ਕਰਦਾ, ਵੀ ਪਤਾ ਨਹੀਂ ਦਰਗਾਹ 'ਚ ਹੀ ਬੈਠਾ, ਪਰ ਨਹੀਂ, ਸੱਚਖੰਡ ਵਾਲਾ ਨਹੀਂ ਰੀਝਣਾ, ਸਗੋਂ ਫਸ ਜਾਏਗਾ। ਜਿੰਨੀ ਗੱਲ ਕਹਿਣੀ ਆ ਉਨੀ ਉਹ ਕਹਿਣੀ ਆ ਜੋ ਆਪ ਕਮਾਈ ਹੋਈ ਹੈ। ਜੇ ਨਹੀਂ ਕਮਾਈ ਕੀਤੀ ਤਾਂ ਕਮਾਉਣ ਦੀ ਕੋਸ਼ਿਸ਼ ਕਰ, ਫਿਰ ਅੱਗੇ ਵਧ, ਨਹੀਂ ਤਾਂ ਫਿਰ ਫਸੇਗਾ ਤੂੰ ਵੀ। ਸੋ ਬ੍ਰਹਮ ਗਿਆਨ ਵਿੱਚ ਸਭ ਕੁਝ ਚੇਤਨ ਹੁੰਦਾ, ਜੜ ਨਹੀਂ। ਹਾਂ, ਜੜ ਵਸਤੂ ਦੇ ਪ੍ਰਮਾਣ ਜ਼ਰੂਰ ਦਿੱਤੇ ਜਾਂਦੇ ਆ, ਗੁਰਬਾਣੀ ਸਾਨੂੰ ਪ੍ਰਮਾਣ ਦੇ ਕੇ ਸਮਝਾਇਆ ਗਿਆ, ਪਰ ਦੂਜੇ ਪਾਸੇ ਸਮਝਣ ਵਾਲਾ ਤੇ ਸਮਝਾਉਣ ਵਾਲਾ ਦੋਨੋਂ ਹੀ ਚੇਤਨ ਹੁੰਦੇ ਆ। ਇਹ ਗੱਲ ਹੈ ਮੇਰੇ ਮਨਾ ਆਪਣੇ ਲੜ ਬਣ ਕੇ ਰੱਖੀ ਕਿ ਗੱਲ ਸਮਝਾਉਣ ਵਾਲਾ ਵੀ ਚੇਤਨ ਹੈ, ਗੱਲ ਸਮਝਣ ਵਾਲਾ ਵੀ ਚੇਤਨ ਹੈ, ਪਰ ਜਿਹਦੇ ਬਾਰੇ ਸਮਝਾ ਰਿਹਾ ਹੈ ਉਹ ਵੀ ਚੇਤਨ ਹੈ। ਪਰ ਜਿਹੜੇ ਪ੍ਰਮਾਣ ਦੇ ਕੇ ਸਮਝਾ ਰਿਹਾ ਹੈ ਉਹ ਪ੍ਰਮਾਣ ਜੜ ਨੇ, ਉਹ ਨਹੀਂ ਚੇਤਨ ਹੈਗੇ। ਇੱਥੇ ਤੂੰ ਗਲਤੀ ਕਰਨਾ ਕਿ ਜਿਹੜੇ ਪ੍ਰਮਾਣ ਨੇ ਤੂੰ ਪ੍ਰਮਾਣਾਂ ਨੂੰ ਵੀ ਚੇਤਨ ਮੰਨ ਕੇ ਬੈਠ ਗਿਆ। ਤਾਂ ਹੀ ਦਸਵੇਂ ਪਾਤਸ਼ਾਹ ਨੂੰ ਕਹਿਣਾ ਪਿਆ ਕਾਹੇ ਪੂਜਤ ਹੈ ਫਸ ਪਾਹਨ ਮੈਂ ਪਰਮੇਸ਼ਰ ਨਾਹੀ। ਤਾਂ ਹੀ ਗੁਰਬਾਣੀ ਨੂੰ ਕਹਿਣਾ ਪਿਆ ਨਿਰਜੀਉ ਪੂਜੈ ਮੜਾ ਸਰੇਵੈ ਸਭ ਬਿਰਥੀ ਘਾਲ ਗਵਾਵੈ। ਕਹਿੰਦੇ ਤੁਸੀਂ ਚੇਤਨ ਹੋ ਤੇ ਤੁਸੀਂ ਮਾਇਆ ਦੇ ਪੱਥਰਾਂ ਦੀ ਪੂਜਾ ਕਰੋ। ਪੱਥਰ ਦੀ ਇੱਕ ਮੂਰਤੀ ਬਣਾ ਕੇ ਆਪ ਘੜੀ ਸਾਰਾ ਕੁਝ ਆਪ ਕਰਿਆ ਜਾਂ ਕਿਸੇ ਤੋਂ ਕਢਵਾਇਆ, ਉਹਨੂੰ ਭਗਵਾਨ ਦਾ ਦਰਜਾ ਦੇਤਾ। ਹੇ ਮੇਰੇ ਮਨਾ, ਭਗਵਾਨ ਤਾਂ ਤੂੰ ਹੈ, ਭਾਗਿਆਵਾਨ। ਭਗਵਾਨ ਦਾ ਭਾਵ ਕੀ ਹੁੰਦਾ? ਭਾਗਿਆਵਾਨ। ਤੇਰੇ ਕੋਲ ਲਾਸਟ ਪੌੜੀ ਹੈ, ਵਾਰੀ ਹੈ ਮਨੁੱਖਾ ਤਨ ਦੇ ਅੰਦਰ, ਤੇ ਤੂੰ ਭਾਗਿਆਵਾਨ। ਤੂੰ ਆਪਣਾ ਸਰੂਪ ਪਛਾਣਨ ਦੀ ਬਜਾਏ ਬਾਹਰ ਕਿਸੇ ਨੂੰ ਮੰਨ ਕੇ ਬੈਠ ਗਿਆ। ਗੁਰਬਾਣੀ ਨੇ ਇੱਥੋਂ ਤੱਕ ਵੀ ਰੋਕ ਲਾਈ ਹੈ ਵੀ ਤੂੰ ਕਿਸੇ ਵਿਅਕਤੀ ਨੂੰ ਵੀ ਨਹੀਂ ਮੰਨ ਸਕਦਾ, ਕਿਸੇ ਵਿਅਕਤੀ ਦੇ ਸਰੀਰ ਤੇ ਵੀ ਟੇਕ ਨਹੀਂ ਰੱਖ ਸਕਦਾ। ਜੇ ਤੂੰ ਕਿਸੇ ਦੇ ਵਿਅਕਤੀ ਤੇ ਟੇਕ ਵੀ ਰੱਖ ਲਈ, ਉਹਦਾ ਵੀ ਧਿਆਨ ਧਰਨ ਲੱਗ ਗਿਆ, ਤਾਂ ਤੈਨੂੰ ਸੱਚਖੰਡ ਵਾਲਿਆਂ ਨੇ ਅੰਦਰ ਨਹੀਂ ਬਣ ਦੇਣਾ। ਕਿੱਥੇ ਲਿਖੀ ਹੈ ਇਹ ਗੱਲ? ਸੁਖਮਨੀ ਵਿੱਚ ਲਿਖੀ ਹੈ, ਮਾਨੁ ਕੀ ਟੇਕ ਸਭ ਬਿਰਥੀ ਜਾਨ। ਕਿਸੇ ਦੇ ਮਨੁੱਖ ਦੇ ਸਰੀਰ ਦੇ ਉੱਪਰ ਵੀ ਟੇਕ ਨਹੀਂ ਰੱਖ ਸਕਦੇ। ਜੀਅਰੇ ਓਲਾ ਨਾਮ ਕਾ, ਨਾਮ ਤੇ ਟੇਕ ਰੱਖਣੀ ਹੈ। ਅੰਦਲੇ ਟਿਕ, ਅੰਦਲੀ ਦੀ ਟੇਕ ਕੀ ਹੈ? ਤੇਰਾ ਨਾਮ ਖੁੰਦਕਾਰਾ।
ਨਾਮ ਤੇ ਟੇਕ ਰੱਖਣ ਦਾ ਆਰਡਰ ਹੈ, ਹੋਰ ਕਿਤੇ ਨਹੀਂ ਹੈ। ਹੁਕਮ ਤੇ ਉੱਪਰ ਰੱਖਣਾ ਹੈ, ਹਰ ਵੇਲੇ ਸੂਈ ਹੁਕਮ ਤੇ ਰਹੇ, ਹਰ ਵੇਲੇ ਮਨ ਹੁਕਮ ਵਾਲੇ ਪਾਸੇ ਨੂੰ ਝਾਕੇ, ਫਿਰ ਕਿਤੇ ਜਾ ਕੇ ਦਰਗਾਹ ਦੀ ਸੋਝੀ ਆਉਂਦੀ ਹੈ, ਉਹਨਾਂ ਚਿਰ ਨਹੀਂ ਆਉਂਦੀ। ਸੋ ਗੁਰਪ੍ਰਸਾਦ ਬਾਰੇ ਵੀ ਥੋੜੇ ਬਹੁਤੇ ਬਚਨ ਆਪਾਂ ਹੋਰ ਵਿਚਾਰ ਲੈਂਦੇ ਆ। ਅੰਗ 10 ਉੱਪਰ ਵੀ ਪਾਤਸ਼ਾਹ ਕਹਿੰਦੇ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਜਦੋਂ ਗੁਰਪ੍ਰਸਾਦ ਹੋਇਆ, ਹੁਣ ਇੱਥੇ ਦੱਦੇ ਨੂੰ ਸਿਹਾਰੀ ਹੈ ਕਿ ਬਾਹਰ ਨਹੀਂ ਕਦੋਂ ਇਹ ਪ੍ਰਸਾਦ ਮਿਲਣਾ, ਬਾਹਰੋਂ ਨਹੀਂ ਪਰਸਿਆ ਜਾਣਾ ਕਿਸੇ ਚੀਜ਼ ਨੂੰ, ਸਵੈਮ ਤੁਹਾਡੇ ਅੰਦਰ ਹੀ ਹੈ। ਗਿਆਨ ਦੇ ਦੁਆਰਾ ਆਪਣੇ ਆਪ ਨੂੰ ਪਰਸਿਆ ਜਾਂਦਾ ਹੈ। ਜਦੋਂ ਤੁਸੀਂ ਆਪਣੇ ਮੂਲ ਨੂੰ ਪਰਸ ਲਿਆ, ਆਦਿ ਸਰੂਪ ਨੂੰ ਪਰਸ ਲਿਆ, ਤੁਹਾਡਾ ਆਦਿ ਸਰੂਪ ਕੀ ਹੈ? ਉਹੀ ਪਰਮ ਪਦ ਹੈ, ਉਹੀ ਤਾਂ ਨਿਜ ਆਸਣ ਹੈ, ਉਹੀ ਤਾਂ ਸਿੰਘਾਸਣ ਹੈ, ਉਹੀ ਤਾਂ ਤਖਤ ਹੈ। ਤਖਤ ਦੀਨ ਗੁਰ ਰਾਮਦਾਸ, ਉਹੀ ਤਾਂ ਤਖਤ ਮਿਲਿਆ ਸੀ ਰਾਮਦਾਸ ਜੀ ਨੂੰ। ਜਦੋਂ ਦਾਸ ਰਾਮ ਦੇ ਦਾਸ ਬਣੇ, ਜਦੋਂ ਆਤਮਾ ਦਾਸ ਹੈ, ਪ੍ਰਾਤਮਾ ਰਾਮ ਹੈ, ਦਾਸ ਰਾਮ ਨਾਲ ਜੁੜ ਗਿਆ, ਰਾਮਦਾਸ ਤਖਤ ਹਿਰਦਾ, ਉਹ ਹਿਰਦੇ ਦੇ ਵਿੱਚ ਜਾ ਕੇ ਬੈਠ ਗਿਆ। ਰਾਮ ਤਾਂ ਪਹਿਲਾਂ ਹੀ ਉੱਥੇ ਬੈਠਾ, ਦਾਸ ਗਿਆ ਉਹਦੇ ਕੋਲ। ਤਖਤ ਦੀਨ ਗੁਰ ਰਾਮਦਾਸ ਕਿਹਨੇ ਦਿੱਤਾ? ਗਿਆਨ ਨੇ ਦਿੱਤਾ, ਤੀਜੇ ਪਾਤਸ਼ਾਹ ਨੇ ਸੋਝੀ ਕਰਾਈ ਕਿ ਤੇਰੇ ਅੰਦਰ ਹੀ ਹੈ ਪੁਰਖਾ ਸਭ ਕੁਛ, ਮੇਰੇ ਜੋ ਕੁਛ ਮੇਰੇ ਵੱਲ ਝਾਕਦਾ ਤੇਰੇ ਅੰਦਰ ਵੀ ਹੈਗਾ, ਤੂੰ ਆਪਣੇ ਅੰਦਰ ਦੇਖ ਲੈ। ਬਸ ਇਸ ਗੱਲ ਨੂੰ ਚੌਥੇ ਪਾਤਸ਼ਾਹ ਸਮਝ ਗਏ ਸੀ। ਜਿਹੜਾ ਉਸ ਗੱਲ ਨੂੰ ਸਮਝ ਜਾਂਦਾ ਉਹ ਆਪਣੇ ਅੰਦਰ ਝਾਤੀ ਮਾਰ ਲੈਂਦਾ। ਆਪਨੜੇ ਗਿਰੀਵਾਨ में ਸਿਰ ਨੀਵਾਂ ਕਰ ਦੇਖ ਲਿਖਿਆ, ਇਹ ਤਾਂ ਨਹੀਂ ਲਿਖਿਆ ਪਾਤਸ਼ਾਹ ਨੇ ਵੀ ਸਾਡੇ ਵੱਲ ਝਾਕ ਭਾਈ। ਇਹ ਲਿਖਿਆ ਕਿ ਬੰਦੇ ਖੋਜ ਦਿਲ ਹਰ ਰੋਜ਼, ਇਹ ਨਹੀਂ ਕਿਹਾ ਵੀ ਤੁਸੀਂ ਸਾਡਾ ਦਿਲ ਖੋਜਿਓ। ਤੇ ਬੰਦੇ ਤਾਂ ਆਪਾਂ ਵੀ ਹੈ। ਦਿਲ ਕੀ ਹੁੰਦਾ? ਮਨ। ਇਸ ਮਨ ਕੋ ਕੋਈ ਖੋਜੋ ਭਾਈ, ਇਹ ਭਾਈ ਇਹ ਮਨ ਨੂੰ ਖੋਜੋ। ਹੁਣ ਉਹਨੇ ਇਹ ਤਾਂ ਨਹੀਂ ਕਿਹਾ ਵੀ ਸਾਡੇ ਮਨ ਨੂੰ ਖੋਜੋ, ਮਨ ਤਾਂ ਹੁਣ ਸਾਡੇ ਅੰਦਰ ਵੀ ਹੈ। ਇੱਥੇ ਫਰਕ ਪਾਉਣਾ, ਇਹ ਮੇਰੇ ਮਨਾ ਤੂੰ ਫੇਰ ਵੀ ਇੰਨਾ ਕੁਝ ਜਾਣ ਕੇ ਵੀ ਤੂੰ ਫੇਰ ਵੀ ਕਿਸੇ ਤੇ ਟੇਕ ਰੱਖਦਾ, ਉਹ ਤੇਰਾ ਨੁਕਸਾਨ ਹੈ। ਜੇ ਤੂੰ ਆਪਣੇ ਆਪ ਨੂੰ ਹੀ ਵਿਚਾਰਨ ਲੱਗ ਗਿਆ, ਫਿਰ ਤੈਨੂੰ ਆਪਣੇ ਆਪ ਨੂੰ ਸੋਝੀ ਆ ਜਾਂਦੀ ਹੈ। ਕਈ ਕਹਿੰਦੇ ਜੀ ਇਸ ਤਰ੍ਹਾਂ ਹਉਮੈ ਆ ਜਾਂਦੀ ਹੈ, ਇਸ ਤਰੀਕੇ ਨਾਲ ਹਉਮੈ ਖਤਮ ਹੁੰਦੀ ਹੈ। ਜਦੋਂ ਅਸੀਂ ਆਪਣੇ ਆਪ ਨੂੰ ਵਿਚਾਰਾਂਗੇ ਉਦੋਂ ਹਉਮੈ ਖਤਮ ਹੁੰਦੇ। ਜਦੋਂ ਅਸੀਂ ਕਿਸੇ ਦੀ ਵਿਚਾਰ ਕਰਦੇ ਹਾਂ ਫਿਰ ਹਉਮੈ ਵੱਧਦੀ ਹੈ। ਫਿਰ ਤਾਂ ਅਸੀਂ ਦੂਜੇ ਨੂੰ ਦੇਖਦੇ ਹਾਂ ਵੀ ਇਹਦੇ ਕੋਲ ਇੰਨੇ ਪੈਸੇ ਆ ਗਏ, ਇਹਨੇ ਐਂ ਕਰ ਲਿਆ, ਮੈਂ ਵੀ ਐਂ ਕਰਾਂ। ਉਹ ਹਉਮੈ ਦਾ ਪ੍ਰਤੀਕ ਹੈ। ਜਦੋਂ ਅਸੀਂ ਦੇਖਦੇ ਹਾਂ ਵੀ ਮੇਰੇ ਅੰਦਰ ਤਾਂ ਇੰਨੇ ਔਗਣ ਨੇ, ਮੈਂ ਤਾਂ ਇਸ ਗੱਲੋਂ ਵੀ ਗਲਤ ਹਾਂ, ਮੈਂ ਤਾਂ ਇਸ ਗੱਲੋਂ ਵੀ ਗਲਤ ਹਾਂ, ਫਿਰ ਹਉਮੈ ਘਟਦੀ ਜਾਂਦੀ ਹੈ। ਮੇਰੇ ਕੋਲ ਤਾਂ ਨਾਮ ਹੈ ਨਹੀਂ, ਮੈਂ ਤਾਂ ਰੋਜ਼ ਗੁਰਬਾਣੀ ਪੜ੍ਹਦਾ, ਮੇਰਾ ਜੀਵਨ ਕਿਉਂ ਨਹੀਂ ਬਦਲ ਰਿਹਾ? ਮੇਰੇ ਅੰਦਰੋਂ ਕਾਮ ਕਿਉਂ ਨਹੀਂ ਜਾ ਰਿਹਾ? ਲੋਭ ਕਿਉਂ ਨਹੀਂ ਜਾ ਰਿਹਾ? ਮੋਹ ਕਿਉਂ ਨਹੀਂ ਜਾ ਰਿਹਾ? ਹੰਕਾਰ ਕਿਉਂ ਨਹੀਂ ਜਾ ਰਿਹਾ? ਨਿੰਦਿਆ ਕਿਉਂ ਨਹੀਂ ਜਾ ਰਹੀ? ਈਰਖਾ ਕਿਉਂ ਨਹੀਂ ਜਾ ਰਹੀ? ਫਿਰ ਪਤਾ ਲੱਗਦਾ ਵੀ ਮੈਂ ਗਲਤ ਰਸਤੇ ਤੇ ਜਾ ਰਿਹਾ। ਪਰ ਅਸੀਂ ਇਹਨਾਂ ਚੀਜ਼ਾਂ ਨੂੰ ਤਾਂ ਹੈ ਮੇਰੇ ਮਨ ਤੋਂ ਵਿਚਾਰਦਾ ਹੀ ਨਹੀਂ। ਤੂੰ ਤਾਂ ਦੂਜੇ ਵੱਲ ਦੇਖਦਾ ਵੀ ਉਹ ਫਲਾਣੇ ਦੇ ਅੰਦਰ ਕਾਮ ਕਿੰਨਾ, ਕ੍ਰੋਧ ਕਿੰਨਾ, ਲੋਭ ਕਿੰਨਾ, ਮੋਹ ਕਿੰਨਾ। ਆਪਣੇ ਅੰਦਰ ਦੇਖ। ਗੁਰਪ੍ਰਸਾਦ ਪਰਮ ਪਦ ਪਾਇਆ, ਕਹਿੰਦੇ ਜਦੋਂ ਪਰਮ ਪਦ ਦੀ ਪ੍ਰਾਪਤ ਹੋ ਗਈ, ਸੂਕੇ ਕਾਸ਼ਟ ਹਰਿਆ। ਸੂਕਾ ਕਾਸ਼ਟ ਕੀ ਆ? ਸਰੀਰ ਹੈ। हाड़ जड़ा जो घास का पूला, केस जड़ा जो घास का पूला, हाड़ जड़ा जो लकड़ी का तूला। ये लकड़ आ शरीर है, कास्ट सूके कास्ट, ये सुक जाता है। हरिया फिर हरिया जड़ा मूल है साडा जोत, वह पता लगता भी जी हरी चीज़ है जी इनू हरी रखती वो चीज़ कोई होर है, यह सुक्की लकड़ है। अंग 25 उपर भी पातशाह कहते प्रणवत नानक ज्ञानी कैसा होए। हुण ज्ञानी की परिभाषा भी दसदे पातशाह, ज्ञानी उन्होंने कहते जिहदे कोल ज्ञान होवे। प्रणवत नानक ज्ञानी कैसा होए, आप पछाणै बुझै सोए। हे मेरे मना देख सच्चे पातशाह ने की लिखे है, कहते आप पछाणै, कहते अपने आप को पछाण लै। बुझै सोए कहते बस उही बुझा होया। हुण इत्थे नहीं लिखा गुरु नानक साहब ने भी प्रणवत नानक ज्ञानी कैसा होए, मैनू पछाणै। यही नहीं उन्होंने लिखा भी मैनू पछाणोगे, गुरु नानक साहब तो आप ज्ञानी सी।
ਉਹਨਾਂ ਨੇ ਨਹੀਂ ਮੈਨੂੰ ਪਛਾਣਾ, ਉਹ ਕਹਿੰਦੇ ਨਹੀਂ ਆਪ ਪਛਾਣਾ, ਵੀ ਤੂੰ ਆਪ ਪਛਾਣ ਲੈ ਭਾਈ, ਜਿਹੋ ਜਿਹਾ ਮੈਂ ਗਿਆਨੀ ਆ ਉਹ ਜਿਹਾ ਤੂੰ ਬਣ ਜਾਏਗਾ। ਪਰ ਮੇਰੇ ਵਰਗਾ ਗਿਆਨੀ ਬਣ ਲਈ ਤੈਨੂੰ ਆਪਣੇ ਆਪ ਨੂੰ ਪਛਾਣਨਾ ਪਊਗਾ। ਜਿਹੜੀ ਪੜ੍ਹਾਈ ਮੈਂ ਪੜ੍ਹੀ ਆ ਉਹ ਤੈਨੂੰ ਪੜ੍ਹਨੀ ਪਊਗੀ। ਤੂੰ ਪੜ੍ਹ ਲੈ, ਤੂੰ ਵੀ ਮੇਰੇ ਵਰਗਾ ਬਣ ਜਾਏਗਾ। ਪਰ ਧਰਮ 'ਚ ਅਸੀਂ ਇਹ ਗੱਲ ਉਲਟ ਕਰਦੇ ਹਾਂ, ਅਸੀਂ ਨਹੀਂ ਜੀ ਨਹੀਂ, ਅਸੀਂ ਉਹਨਾਂ ਨਾਲ ਕਿੱਥੇ ਰਲ ਜਾਾਂਗੇ, ਉਹ ਕੀ ਚੀਜ਼ ਅਸੀਂ ਕੀ ਚੀਜ਼। ਉਹ ਗੁਰੂ ਨਾਨਕ ਸਾਹਿਬ ਦਾ ਨਿਰੰਕਾਰ ਹੈ, ਫਿਰ ਅਸੀਂ ਕੀ ਹਾਂ? ਸਾਡੇ ਅੰਦਰ ਜੋਤ ਨਹੀਂ ਹੈ, ਜੋਤ ਹੀ ਤਾਂ ਨਿਰਾਕਾਰ ਹੈ। ਉਹਨਾਂ ਨੇ ਪਛਾਣ ਲਈ ਸੀ ਵੀ ਮੇਰੀ ਜੋਤ ਨਿਰਾਕਾਰ ਹੈ, ਅਸੀਂ ਪਛਾਣੀ ਨਹੀਂ। ਨਿਰਾਕਾਰ ਹੋਏ ਤੋਂ ਬਿਨਾਂ ਸੱਚਖੰਡ 'ਚ ਨਹੀਂ ਵੰਡ ਦਿੰਦੇ ਉਹ, ਕਿਉਂਕਿ ਸੱਚਖੰਡ ਵਸੈ ਨਿਰੰਕਾਰ, ਉੱਥੇ ਤਾਂ ਵਸਦੇ ਹੀ ਸਾਰੇ ਨਿਰੰਕਾਰ ਸਰੂਪ 'ਚ ਨੇ। ਜਿੰਨਾ ਚਿਰ ਆਕਾਰ ਆ ਉਹਨਾਂ ਚਿਰ ਜੋਤ ਤਿੰਨੇ ਲੋਕਾਂ 'ਚ ਕਿਹੜਾ ਦਿੰਦੀ ਹੈ। ਪਰ ਜਦੋਂ ਜੋਤ ਨਿਰਾਕਾਰ ਬਣ ਕੇ ਜਾਂਦੀ ਹੈ ਉਦੋਂ ਸੱਚਖੰਡ ਵਿੱਚ ਜਾਂਦੀ ਹੈ। ਆਪ ਪਛਾਣੈ ਬੂਝੈ ਸੋਏ, ਗੁਰ ਪ੍ਰਸਾਦ ਕਰੈ ਵਿਚਾਰ, ਸੋ ਗਿਆਨੀ ਦਰਗਹਿ ਪ੍ਰਵਾਨ। ਹੈ ਮੇਰੇ ਮਨ ਵੇਖ, ਸਾਡੇ ਸੰਸਾਰ 'ਚ ਤਾਂ ਪਤਾ ਨਹੀਂ ਕਿਹੜੇ ਕਿਹੜੇ ਗਿਆਨੀ ਨੇ। ਇੱਥੇ ਤਾਂ ਹਰੇਕ ਨੂੰ ਹੀ ਗਿਆਨੀ ਬਣਾ ਦਿੰਦੇ ਆ। ਪਰ ਗੁਰ ਪ੍ਰਸਾਦ ਕਰੇ ਵਿਚਾਰ, ਜਿਹਨੇ ਗੁਰ ਲੈ ਲਿਆ, ਸੁਗਿਆਨ ਲੈ ਕੇ ਆਪਣੇ ਮੂਲ ਨੂੰ ਪਰਸਣ ਦੀ ਵਿਚਾਰ ਕਰਦਾ, ਜਦੋਂ ਵਿਚਾਰ ਕਰਦਾ ਤਾਂ ਫਿਰ ਉਹ ਪ੍ਰਾਪਤ ਵੀ ਕਰੂਗਾ ਹੀ ਨਾ। ਸੋ ਗਿਆਨੀ ਦਰਗਹਿ ਪ੍ਰਵਾਨ, ਉਹ ਗਿਆਨੀ ਦਰਗਾਹ 'ਚ ਪ੍ਰਵਾਨ ਹੁੰਦਾ। ਕੀ ਹੁਣ ਅਸੀਂ ਗੁਰੂ ਨਾਨਕ ਸਾਹਿਬ ਨੂੰ ਗਿਆਨੀ ਕਹਿ ਨਹੀਂ ਸਕਦੇ? ਸਾਡੇ ਤਾਂ ਗਲ ਪੈ ਜਾਣਗੇ ਵੀ ਤੂੰ ਗੁਰੂ ਨਾਨਕ ਸਾਹਿਬ ਨੂੰ ਗਿਆਨੀ ਕਹਿਤਾ। ਗੁਰੂ ਨਾਨਕ ਸਾਹਿਬ ਨੇ ਤਾਂ ਗਿਆਨੀ ਬਣਾਏ ਨੇ, ਕੀ ਉਹ ਦਰਗਾਹ 'ਚ ਪ੍ਰਵਾਨ ਨਹੀਂ? ਅੰਗ 112 ਉੱਪਰ ਪਾਤਸ਼ਾਹ ਕਹਿੰਦੇ ਅਪਿਓ ਪੀਐ ਸੋ ਭਰਮ ਗਵਾਏ। ਦੇਖੋ ਆਪਿਓ ਪੀਐ, ਆਪਣੇ ਆਪ ਹੀ ਪੀਤਾ ਜਾਂਦਾ ਹੈ ਅੰਮ੍ਰਿਤ ਵੀ। ਇਹਨੂੰ ਅੰਮ੍ਰਿਤ ਨੂੰ ਵੀ ਦੂਜਾ ਨਹੀਂ ਕੋਈ ਪਿਲਾ ਸਕਦਾ। ਜਿਵੇਂ ਪਹੌਲ ਸਾਨੂੰ 5 ਪਿਆਰੇ ਦਿੰਦੇ ਆ, ਅੰਮ੍ਰਿਤ ਸਾਨੂੰ ਖੁਦ ਨੂੰ ਪੀਣਾ ਪੈਂਦਾ ਹੈ। ਅਪਿਓ ਪੀਐ ਸੋ ਭਰਮ ਗਵਾਏ, ਕਹਿੰਦੇ ਉਹੀ ਭਰਮ ਗਵਾ ਸਕਦਾ ਹੈ। ਆਪਣਾ ਮੂਲ ਅਸੀਂ ਪਛਾਣਾਂਗੇ ਤਾਂ ਹੀ ਸਾਨੂੰ ਸੋਝੀ ਆਉਣੀ। ਗੁਰ ਪ੍ਰਸਾਦ ਮੁਕਤ ਗਤ ਪਾਏ, ਆਪਣੇ ਆਪ ਅੰਮ੍ਰਿਤ ਕਿਵੇਂ ਪੀਤਾ ਜਾਊਗਾ? ਗੁਰ ਪ੍ਰਸਾਦ ਦੁਆਰਾ। ਗਿਆਨ ਲੈ ਕੇ ਆਪਣੇ ਮੂਲ ਨੂੰ ਪਰਸਣਾ ਤਾਂ ਮੁਕਤੀ ਹੈ, ਮਾਇਆ ਚੋਂ ਬਾਹਰ ਹੈ, ਗਤੀ ਪਾਏ। ਮਾਇਆ ਚੋਂ ਬਾਹਰ ਹੋ ਗਿਆ, ਅੱਗੇ ਤੁਰ ਪੈਂਦਾ ਹੈ। ਗਿਆਨ ਦਾ ਅਰਥ ਹੁੰਦਾ ਜਾਣਕਾਰੀ, ਸੋਝੀ। ਗਿਆਨੀ ਹੁੰਦਾ ਜਿਹਨੇ ਜਾਣਕਾਰੀ ਲੈ ਲਈ। ਗਿਆਨ ਜੜ ਹੁੰਦਾ ਹੈ, ਗਿਆਨ ਜੜ ਹੁੰਦਾ। ਗਿਆਨ ਲੈਣ ਵਾਲਾ ਜਾਂ ਗਿਆਨ ਲੈਣ ਵਾਲਾ ਗਿਆਨੀ। ਜਿਹੜਾ ਦੇਣ ਵਾਲਾ ਉਹ ਵੀ ਗਿਆਨੀ, ਜਿਹੜਾ ਲੈਣ ਵਾਲਾ ਉਹ ਵੀ ਗਿਆਨੀ ਹੈ, ਜੇ ਉਹ ਗਿਆਨ ਸਹੀ ਲੈ ਲਵੇ। ਅਗਰ ਉਹ ਸਹੀ ਗਿਆਨ ਨਹੀਂ ਲੈਂਦਾ ਤਾਂ ਵੀ ਉਹ ਗਿਆਨੀ ਗਿਣਿਆ ਜਾਂਦਾ। ਫਿਰ ਕੀ ਹੈ? ਫਿਰ ਉਹ ਕਿਹੜਾ ਗਿਆਨੀ ਹੈ? ਫਿਰ ਉਹ ਮੁੱਖ ਗਿਆਨੀ ਬਣ ਜਾਂਦਾ। ਅਤ ਕੁਲੀਨ ਚਤਰ ਮੁੱਖ ਗਿਆਨੀ, ਜਿਵੇਂ ਹੇ ਮੇਰੇ ਮਨ ਤੂੰ ਹੈ, ਮੈਂ ਮੁੱਖ ਗਿਆਨੀ ਹਾਂ। ਇੱਕ ਮੁੱਖ ਗਿਆਨੀ ਹੁੰਦਾ, ਇੱਕ ਆਤਮਿਕ ਗਿਆਨੀ ਹੁੰਦਾ। ਆਤਮ ਗਿਆਨੀ ਨੇ ਪਾਤਸ਼ਾਹੀਆਂ, ਭਗਤ, ਗੁਰਮੁਖ, ਗੁਰਸਿੱਖ। ਮੁੱਖ ਗਿਆਨੀ ਹੁੰਦੇ ਸਾਡੇ ਵਰਗੇ, ਗੱਲਾਂ ਦੇ ਪਲਾ ਬਣਾ ਬਣਾ ਕੇ ਅਗਲੇ ਪੇਸ਼ ਕਰੀ ਜਾਣੇ, ਪਰ ਸਵੈਮ ਉਹਨਾਂ ਨੂੰ ਲਾਗੂ ਨਹੀਂ ਕਰਨਾ ਆਪਣੇ ਤੇ। ਤਾਂ ਪਾਤਸ਼ਾਹ ਨੇ ਇੱਥੇ ਵਿੱਚ ਲਿਖਿਆ ਗੁਰ ਪ੍ਰਸਾਦ ਮੁਕਤੀ। ਜਿਹਨੇ ਆਪਣੇ ਮੂਲ ਨੂੰ ਪਰਸ ਲਿਆ, ਗੁਰ ਦੀ ਸੋਝੀ ਲੈ ਲਈ, ਗਿਆਨ ਲੈ ਲਿਆ, ਮੁਕਤੀ ਗਤ ਪਾਏ। ਉਹ ਮੁਕਤ ਹੋ ਜਾਂਦਾ, ਮਾਇਆ ਤੋਂ ਬਾਹਰ ਜਾ ਕੇ ਖੜ ਕੇ ਅੱਗੇ ਵੱਧਦਾ ਹੈ। ਉਹ ਚੇਤਨ ਹੁੰਦਾ, ਲੈਣ ਜਾਂ ਦੇਣ ਵਾਲਾ ਕੋਈ ਵੀ ਹੋਵੇ। ਲੋਕ ਮਾਇਆ ਦੇ ਗਿਆਨ ਵਾਲੇ ਨੂੰ ਵੀ ਗਿਆਨੀ ਕਹਿ ਦਿੰਦੇ, ਸਾਡੇ ਤਾਂ ਸਭ ਨੂੰ ਹੀ ਕਹਿ ਦਿੰਦੇ ਆ। ਪਰ ਇੱਥੇ ਮਾਇਆ ਦੇ ਗਿਆਨ ਲੈਣ ਵਾਸਤੇ ਤਾਂ ਕੁਛ ਹੋਰ ਹੀ ਲਿਖਿਆ ਗੁਰਬਾਣੀ ਨੇ। ਤਾਂ ਗੁਰਬਾਣੀ ਦਾ ਕਹਿੰਦੀ ਮਾਇਆ ਧਾਰੀ ਤਾਂ ਅੰਨਾ ਬੋਲਾ। ਸੋ ਗੁਰਬਾਣੀ ਵਿੱਚ ਬ੍ਰਹਮ ਨੂੰ ਜਾਣ ਲੈਣ ਵਾਲਾ ਗਿਆਨੀ ਹੈ। ਪਾਤਸ਼ਾਹ ਕਹਿੰਦੇ ਆ ਅੰਗ 335 ਦੇ ਉੱਪਰ, ਕਹਿੰਦੇ ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਜਿਨ੍ਹਾਂ ਨੇ ਤਾਂ ਸਿਰਫ ਇੰਨੀ ਗੱਲੀ ਜਾਣੀ ਹੈ ਵੀ ਇਹ ਗੁਰਬਾਣੀ ਗੀਤ ਹੈ, ਗਾਉਣੇ ਹੈ, ਪੜ੍ਹਨੀ ਹੈ ਤੇ ਗ੍ਰੰਥ ਦੀ ਸੇਵਾ ਕਰਨੀ ਹੈ, ਉਹ ਤਾਂ ਹੈਗੇ ਲੋਕ।
ਤੇ ਜਿਹੜੇ ਹੈਗੇ ਇਹ ਤੋਂ ਬ੍ਰਹਮ ਵਿਚਾਰ, ਜਿਹੜੇ ਕਹਿੰਦੇ ਵੀ ਇਹ ਤਾਂ ਬ੍ਰਹਮ ਦੀ ਵਿਚਾਰ ਆ, ਮੈਂ ਬ੍ਰਹਮ ਨੂੰ ਜਾਣਨਾ, ਆਪਣੇ ਮੂਲ ਨੂੰ ਜਾਣਨਾ, ਮੈਂ ਸੱਚ ਪ੍ਰਾਪਤ ਕਰਕੇ ਜਾਣਾ, ਉਹ ਨੇ ਬ੍ਰਹਮ ਗਿਆਨੀ। ਇੱਕ ਨੇ ਮੁੱਖ ਗਿਆਨੀ, ਜਿਹੜੇ ਇਹ ਜਾਣਦੇ ਲੋਕ ਜਾਣੇ ਗੀਤ ਹੈ, ਮੁੱਖ ਗਿਆਨੀ ਨੇ। ਜਿਨ੍ਹਾਂ ਨੇ ਆਪਣੇ ਬ੍ਰਹਮ ਨੂੰ ਜਾਣ ਲਿਆ ਉਹ ਨੇ ਬ੍ਰਹਮ ਗਿਆਨੀ। ਹੇ ਮੇਰੇ ਮਨਾ, ਹੁਣ ਤੂੰ ਆਪਣੇ ਅੰਦਰ ਝਾਤੀ ਮਾਰ ਲੈ ਵੀ ਤੂੰ ਕੀ ਹੈ। ਤੂੰ ਤਾਂ ਮੈਨੂੰ ਮੁੱਖ ਗਿਆਨੀ ਵੀ ਨਹੀਂ ਲੱਗਦਾ। ਮੁੱਖ ਗਿਆਨੀ ਵੀ ਲੋਕਾਂ ਨੂੰ ਭਰਮਾ ਲੈਂਦੇ, ਤੈਨੂੰ ਤਾਂ ਲੋਕ ਵੀ ਨਹੀਂ ਭਰਮਾਏ ਜਾਂਦੇ। ਸੋ ਕਬੀਰ ਸਾਹਿਬ ਜੀ ਕਹਿੰਦੇ ਆ, ਕਬੀਰ ਮਨ ਸੀਤਲ ਪਿਆ ਪਾਇਆ ਬ੍ਰਹਮ ਗਿਆਨ। ਮਨ ਉਦੋਂ ਸ਼ਾਂਤ ਹੋਇਆ, ਮਨ ਉਦੋਂ ਟਿਕਿਆ ਹੈ, ਮਨ ਦੇ ਅੰਦਰ ਉਦੋਂ ਪ੍ਰਸੰਨਤਾ ਆਈ ਹੈ ਜਦੋਂ ਪਾਇਆ ਬ੍ਰਹਮ ਗਿਆਨ। ਜਦੋਂ ਬ੍ਰਹਮ ਦਾ ਗਿਆਨ ਉਹਨੂੰ ਮਿਲ ਗਿਆ ਕਿ ਤੂੰ ਤਾਂ ਆਪ ਹੀ ਬ੍ਰਹਮ ਹੈ, ਆਪਣਾ ਆਪ ਹੀ ਗਿਆਨ ਲੈ ਲਿਆ। ਅੰਗ 13 ਉੱਪਰ ਹੀ ਪਾਤਸ਼ਾਹ ਕਹਿੰਦੇ, ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਹੁਣ ਇਹਦਾ ਅਰਥ ਇਹ ਨਹੀਂ ਕਿ ਬ੍ਰਹਮ ਗਿਆਨੀ ਤਰਿਓ, ਬ੍ਰਹਮ ਗਿਆਨੀ ਤਰਿਓ ਨਹੀਂ ਹੈਗਾ। ਤਰਿਓ ਬ੍ਰਹਮ, ਬ੍ਰਹਮ ਡੁੱਬਿਆ ਹੋਇਆ ਮਾਇਆ 'ਚ, ਬ੍ਰਹਮ ਤਰਿਆ। ਤਰਿਆ ਕਦੋਂ? ਜਦੋਂ ਗਿਆਨੀ ਬਣਿਆ। ਇਹ ਸੰਸਾਰ ਦੇ ਅੰਦਰ ਬ੍ਰਹਮ ਦਾ ਹੀ ਧਿਆਨ ਆਇਆ ਹੈ, ਬ੍ਰਹਮਾ ਮਾਇਆ 'ਚ ਫਸਿਆ ਹੋਇਆ। ਜਦੋਂ ਉਹਨੂੰ ਮਾਇਆ 'ਚੋਂ ਬਾਹਰ ਕੱਢ ਲਿਆ ਉਹਨੇ, ਉਹ ਤਰਿਆ। ਤਰਿਆ ਕਾਹਦੇ ਨਾਲ? ਗਿਆਨ ਦੇ ਨਾਲ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਜਿਹੜਾ ਬ੍ਰਹਮ ਗਿਆਨੀ ਹੋ ਗਿਆ, ਜਿਹਨੇ ਪੂਰੀ ਸੋਝੀ ਪ੍ਰਾਪਤ ਕਰ ਲਈ, ਉਹ ਬ੍ਰਹਮ ਤਰਿਆ, ਬਾਕੀ ਨਹੀਂ ਤਰੇ। ਅੰਗ 272 ਉੱਪਰ ਪਾਤਸ਼ਾਹ ਕਹਿੰਦੇ, ਮਨੀ ਸਾਚਾ ਮੁਖੀ ਸਾਚਾ ਸੋਏ ਅਵਰ ਨਾ ਪੇਖੈ ਇਕ ਸਵਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਕਹਿੰਦੇ ਆਹ ਲੱਛਣ ਪਹਿਲਾਂ ਹੋਣ ਬ੍ਰਹਮ ਦੇ ਅੰਦਰ ਕਿ ਮਨੀ ਸਾਚਾ, ਕਿ ਮਨ ਦੇ ਅੰਦਰ ਜਿਹੜਾ ਸੱਚ ਹੈ ਉਹਨੂੰ ਜਾਣਿਆ ਹੋਵੇ। ਮੁਖੀ ਸਾਚਾ, ਮੁੱਖੋਂ ਵੀ ਉਸ ਸਾਚੇ ਦੀ ਉਹੀ ਗੱਲ ਕਰਦਾ ਹੋਵੇ, ਉਹਦੀ ਉਹੀ ਸੋਏ ਕਰਦਾ ਹੋਵੇ, ਉਹਦੀ ਉਹ ਸੁਗਿਆਨ ਨੂੰ ਦਿੰਦਾ ਹੋਵੇ। ਅੰਦਰ ਵੀ ਉਹੀ ਸੱਚ ਹੋਵੇ, ਬਾਹਰੋਂ ਵੀ ਉਹੀ ਸੱਚ ਬੋਲੇ। ਅਵਰ ਨਾ ਪੇਖੈ, ਕਹਿੰਦੇ ਹੋਰ ਕੋਈ ਵੀ ਕਿਸੇ ਚੀਜ਼ ਨੂੰ ਨਾ ਪੇਖੈ। ਏਕਸ ਬਿਨ ਕੋਏ, ਸੱਚਖੰਡ ਤੋਂ ਬਿਨਾਂ, ਜੋਤ ਤੋਂ ਬਿਨਾਂ ਕੋਈ ਵੀ ਉਹਦੀ ਪੇਖਣਾ ਚਲਾਉਂਦਾ ਹੋਵੇ। ਕਿਉਂਕਿ ਜੋਤ ਪੇਖੀ ਜਾਂਦੀ ਹੈ, ਸਰੀਰ ਦੇਖਿਆ ਜਾਂਦਾ ਹੈ। ਨਾਨਕ ਜੀ ਕਹਿੰਦੇ ਇਹ ਲੱਛਣ ਨੇ ਬ੍ਰਹਮ ਗਿਆਨੀ। ਕਹਿੰਦੇ ਇਹ ਲੱਛਣ ਹਰੇਕ ਦੇ ਬ੍ਰਹਮ ਦੇ ਅੰਦਰ ਹੀ ਨੇ, ਪਰ ਗਿਆਨੀ ਨਹੀਂ ਕੋਈ। ਜਦੋਂ ਬ੍ਰਹਮ ਗਿਆਨ ਲੈਣ ਲੱਗ ਜਾਂਦਾ ਹੈ ਆਪਣੇ ਆਪ ਦਾ, ਤਾਂ ਉਹ ਗਿਆਨੀ ਬਣ ਜਾਂਦਾ ਹੈ। ਗਿਆਨ ਲੈਂਦੇ ਲੈਂਦਿਆਂ ਉਹਦੇ ਅੰਦਰ ਆ ਚੀਜ਼ ਆ ਜਾਂਦੀ ਹੈ ਕਿ ਮੈਂ ਸੱਚ ਹੀ ਬੋਲਣਾ, ਮੈਂ ਗਲਤ ਨਹੀਂ ਬੋਲਣਾ। ਜਿੰਨਾ ਕੁ ਮੈਨੂੰ ਪਤਾ ਮੈਂ ਉਨੀ ਗਲਤ ਕਹਿਣੀ ਹੈ। ਉਹ ਕਿਸੇ ਨੂੰ ਗਾਹਾਂ ਵਾਲੇ ਨੂੰ ਕੀ ਇਫੈਕਟ ਕਰਦੀ ਹੈ ਉਹਦੀ ਮਰਜ਼ੀ ਹੈ, ਪਰ ਮੈਂ ਵੀ ਆਪਣੇ ਵੱਲੋਂ ਤਾਂ ਕਹਿਣਾ ਹੈ। ਕਿਸੇ ਵੱਲ ਵੇਖ ਕੇ ਮੈਂ ਆਪਣਾ ਜੀਵਨ ਥੋੜ੍ਹਾ ਖਰਾਬ ਕਰਨਾ। ਨਾਨਕ ਕੇ ਲੱਛਣ ਬ੍ਰਹਮ ਗਿਆਨੀ ਹੋਏ। ਇਹ ਬ੍ਰਹਮ ਗਿਆਨੀ ਦੇ ਲੱਛਣ ਨੇ। ਸਫਲ ਸੋ ਬਾਣੀ ਜਿਤ ਨਾਮ ਬਖਾਣੀ। ਹੁਣ ਸਫਲ ਸੋ ਬਾਣੀ, ਉਹ ਸਫਲ ਹੈ। ਉਸ ਬਾਣੀ ਤੋਂ ਬਿਨਾਂ ਜੀਵਨ ਯਾਤਰਾ ਸਫਲ ਨਹੀਂ ਹੁੰਦੀ। ਜਿਤ ਨਾਮ ਬਖਾਣੀ, ਕਹਿੰਦੇ ਅਸੀਂ ਉਸ ਬਾਣੀ ਜਿਹੜਾ ਉਹ ਨਾਮ ਹੈ ਉਹਦੀ ਵਿਆਖਿਆ ਕੀਤੀ ਹੈ, ਵਿਖਿਆਨ ਕੀਤਾ। ਪਾਤਸ਼ਾਹ ਕਹਿੰਦੇ ਇਹ ਜਾਣਕਾਰੀ ਹੈ, ਭਾਵ ਨਾਮ ਦੀ ਵਿਆਖਿਆ, ਅਰਥ ਨੇ। ਗੁਰਬਾਣੀ ਆਪਾਂ ਵਿਚਾਰ ਕਰਨੀ ਹੈ। ਜਿਵੇਂ ਪਾਤਸ਼ਾਹ ਕਹਿੰਦੇ ਗੁਰ ਪ੍ਰਸਾਦ ਕਿਨੇ ਬਿਰਲੇ ਜਾਣੀ। ਕੋਈ ਬਿਰਲੀ ਜੋਤ ਹੈ ਜਿਹੜੀ ਆਪਣੇ ਆਪ ਨੂੰ ਜਾਣ ਲੈਂਦੀ। ਬਹੁਤ ਔਖਾ ਹੈ ਵੈਸੇ ਆਪਣੇ ਆਪ ਨੂੰ ਜਾਣਨਾ, ਇੰਨਾ ਸੌਖਾ ਨਹੀਂ ਹੈ। ਜਨ ਨਾਨਕ ਕੇ ਖੇਲ ਕਠਨ ਹੈ, ਬੜਾ ਔਖਾ ਹੈ। ਪਰ ਕਿਨ ਗੁਰਮੁਖ ਬਿਰਲੇ ਜਾਤਾ ਹੈ। ਗੁਰ ਪ੍ਰਸਾਦ ਕਿਨੇ ਬਿਰਲੇ ਜਾਣੀ। ਜਿਸਨੇ ਵਿਚਾਰ ਕੀਤੀ ਉਸ ਉੱਪਰ ਗੁਰ ਪ੍ਰਸਾਦ ਹੋ ਗਈ। ਸੋ ਇਸ ਤਰ੍ਹਾਂ ਹੀ ਬਿਰਲੇ ਹੀ ਹੁੰਦੇ ਨੇ। ਕਿਉਂ ਬਿਰਲੇ ਹੁੰਦੇ ਨੇ? ਕਿਉਂਕਿ ਵਿਚਾਰ ਕਰਨੀ ਤੇ ਵਿਚਾਰ ਕੇ ਸੰਸਾਰ ਵਿੱਚ ਚੱਲਣਾ ਉਹ ਕਠਿਨ ਹੁੰਦਾ ਹੈ। ਕਿਉਂਕਿ ਸ਼ਰਤ ਹੈ ਕਿ ਜਨ ਨਾਨਕ ਕੇ ਖੇਲ ਕਠਿਨ ਹੈ। ਜੋ ਤਾਂ
ਧਰ ਤਲੀ ਜੋ ਤੋ ਧਰ ਤਲੀ ਗਲੀ ਮੁਰਿਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਬਹੁਤ ਔਖਾ ਹੈ। ਸਿਰ ਧਰ ਤਲੀ ਗਲੀ ਮੁਰਿਆਓ, ਆਪਣੀ ਬੁੱਧੀ ਨੂੰ ਆਪਣੀ ਅਕਲ ਨੂੰ ਸਿਰ ਧਰ ਤਲੀ ਅੱਗੇ ਰੱਖ ਕੇ ਲਿਆਉਣਾ ਵੀ ਮੇਰੇ ਕੋਲ ਤਾਂ ਆਹੀ ਅਕਲ ਹੈ ਜੀ, ਤੁਸੀਂ ਦੱਸੋ ਕੀ ਕਰੋਣਾ। ਗੁਰਪ੍ਰਸਾਦ ਹੈ ਵਿਆਖਿਆ ਕਿ ਕਿਵੇਂ ਗੁਰ ਜਿਹੜਾ ਸਾਡਾ ਮੂਲ ਹੈ ਉਹਨੂੰ ਕਿਵੇਂ ਪਰਸਣਾ ਹੈ। ਗੁਰ ਗਿਆਨ, ਸਾਡਾ ਗਿਆਨ ਹੀ ਮੂਲ ਹੈ, ਉਹਨੂੰ ਆਪਣੇ ਮੂਲ ਨੂੰ ਕਿਵੇਂ ਪਰਸਣਾ ਹੈ। ਤੇ ਜਪ ਹੈ ਵਿਚਾਰ, ਜਾਣਨਾ ਸਮਝਣਾ, ਇਹ ਜ਼ਰੂਰੀ ਹੈ। ਤੇ ਜੇ ਹੁਣ ਕੋਈ ਸਮਝੇ ਹੀ ਨਹੀਂ, ਸੋਝੀ ਹੀ ਨਹੀਂ ਆਈ, ਫਿਰ ਬਹੁਤ ਔਖਾ ਹੈ। ਥੋੜ੍ਹੀ ਜਿਹੀ ਆਪਾਂ ਗੱਲ ਹੈ ਮੇਰੇ ਮਨਾ ਤੇਰੀ ਵੀ ਕਰ ਦਿੰਦੇ ਅੱਗੇ। ਇਹ ਗੁਰਬਾਣੀ ਕਹਿੰਦੀ ਹੈ 954 ਅੰਗ ਦੇ ਉੱਪਰ, ਪੰਡਤ ਰੋਵੈ ਗਿਆਨ ਗਵਾਏ। ਪੰਡਤ ਰੋਂਦਾ, ਮਨ ਰੋਂਦਾ ਰਹਿੰਦਾ ਕਿਉਂਕਿ ਗਿਆਨ ਹੀ ਨਹੀਂ ਕੋਲ, ਤੇ ਜਿਹੜਾ ਸੀ ਮਾੜਾ ਮੋਟਾ ਉਹ ਵੀ ਗਵਾ ਲਿਆ। ਅੰਗ 954 ਉੱਪਰੀ ਪਾਤਸ਼ਾਹ ਕਹਿੰਦੇ ਰੋਵੈ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ, ਰੋਵੈ ਪਾਂਡਵ ਪਏ ਮਜੂਰ, ਜਿਨ ਕੇ ਸੁਆਮੀ ਰਹਿਤ ਹਦੂਰ। ਸੋ ਸਭ ਰੋਂਦੇ ਨੇ। ਸੋ ਪੰਡਿਤ ਕਿਉਂ ਰੋ ਰਿਹਾ? ਕਿਉਂਕਿ ਉਸਨੇ ਗਿਆਨ ਗਵਾਇਆ। ਭਾਵ ਸੰਸਾਰੀ ਗਿਆਨ ਤਾਂ ਬਹੁਤ ਹੈ ਸਾਡੇ ਕੋਲ, ਫਿਰ ਚਿੰਤਾ ਵੀ ਬਹੁਤ ਹੈ। ਰੋਣਾ ਹੀ ਰੋਣਾ ਸੰਸਾਰੀ ਗਿਆਨ ਨਾਲ, ਹੋਰ ਤਾਂ ਕੁਛ ਨਹੀਂ ਹੈ। ਤਾਂ ਹੀ ਤਾਂ ਬ੍ਰਹਮ ਦੇ ਗਿਆਨ ਦੀ ਸੋਝੀ ਨਹੀਂ ਹੋ ਰਹੀ। ਰੋਵੈ ਰਾਮ ਨਿਕਾਲਾ ਪਿਆ, ਇੱਥੇ ਵੀ ਬਾਹਰ ਵਾਲੇ ਰਾਮ ਨੂੰ ਮੰਨ ਹੀ ਲਿਆ। ਇਹ ਨਹੀਂ ਸਮਝ ਰਹੇ ਕਿ ਰੋਵੈ ਸ਼ਬਦ ਵਰਤਮਾਨ ਹੈ, ਪਾਸਟ ਹੈ, ਨਹੀਂ ਹੈ, ਵਰਤਮਾਨ ਦੀ ਗੱਲ ਕੀਤੀ ਗਈ ਹੈ। ਤੇ ਜਿਵੇਂ ਸਾਡੀ ਪੰਜਾਬੀ ਭਾਸ਼ਾ ਵਿੱਚ ਅਸੀਂ ਕਹਿ ਦਿੰਦੇ ਹਾਂ ਕਿ ਤੂੰ ਕਿਉਂ ਰੋਣਾ, ਤੂੰ ਕਿਉਂ ਰੋਈ ਜਾ ਰਿਹਾ, ਆਦਿ ਸ਼ਬਦ ਵਰਤਦੇ ਹਾਂ ਕਿਉਂਕਿ ਸਾਨੂੰ ਸਿਰਫ ਉਹੀ ਦਿਸਦਾ ਹੈ। ਇੱਥੇ ਉਹ ਕਹਿ ਰਿਹਾ ਹੈ ਜਿਸ ਨੂੰ ਸਾਰਿਆਂ ਦੇ ਅੰਦਰ ਜੋ ਬੈਠਾ ਰਾਮ ਹੈ ਉਹ ਰੋ ਰਿਹਾ ਦਿਸ ਰਿਹਾ, ਕਿਉਂਕਿ ਸੀਤਾ ਲਖਮਣ ਵਿਛੜ ਗਿਆ। ਹੁਣ ਜੇ ਅਸੀਂ ਬਾਹਰਲੀ ਰਮਾਇਣ ਵਿੱਚ ਦੇਖਿਆ ਜਾਵੇ, ਉੱਥੇ ਰਾਮ ਚੰਦਰ ਤੋਂ ਸੀਤਾ ਵਿਛੜੀ, ਲਛਮਣ ਤਾਂ ਨਾਲ, ਪਰ ਇੱਥੇ ਦੋਨੇ ਵਿਛੜਦੇ। ਇਹ ਕੀ ਗੱਲ ਬਣਦੀ ਹੈ? ਅਸਲ ਵਿੱਚ ਜਿਹੜੀ ਸੀਤਾ ਹੈ ਉਹ ਅਕਲ ਹੈ, ਬੁੱਧੀ ਹੈ, ਤੇ ਮਨ ਇੱਛਾ ਹੈ, ਫੁਰਨੇ ਨੇ ਮਾਇਆ ਵਾਲੇ। ਤੇ ਰਾਮ ਸਾਡਾ ਮੂਲ ਹੈ, ਉਹ ਰੋ ਰਿਹਾ ਕਿ ਅਕਲ ਮਾਇਆ ਦੀ ਪੂਰਤੀ ਲਈ ਮਨ ਨੂੰ ਲੈ ਕੇ ਮਾਇਆ 'ਚ ਫਸਾ ਰਹੀ ਹੈ। ਇਹ ਚਿੰਤਾ ਹੈ ਰਾਮ ਨੂੰ ਕਿ ਜੋ ਗਿਆਨ ਨਾਮ ਹੁਕਮ ਵਿੱਚ ਚੱਲਣ ਲਈ ਲੈਣ ਆਇਆ ਸੀ, ਤਾਂ ਉਹ ਕਾਰਜ ਦਾ ਹੁਣ ਪੂਰਾ ਹੁੰਦਾ ਨਹੀਂ ਦਿਸਦਾ। 84 ਫੇਰ ਭੋਗਣੀ ਪੈਣੀ ਹੈ ਇਸ ਹਿਸਾਬ ਨਾਲ। ਸੋ ਇਸੇ ਤਰ੍ਹਾਂ ਹੀ ਪਾਂਡਵਾਂ ਵਾਲੀ ਵਾਰਤਾ ਵੀ ਹੈ। ਪਾਂਡਵ ਹੁੰਦਾ ਬਾਹਰਲਾ ਸਰੀਰ, ਫਰੀਦਾ ਬੰਨ ਉਠਾਈ ਪੋਟਲੀ, ਕਿੱਥੇ ਵੰਝਾਂ ਕੱਤ। ਮਜੂਰ ਹੁੰਦਾ ਮਾਇਆ ਦੀ ਗੁਲਾਮੀ ਕਰਨੀ। ਸੁਆਮੀ ਹੈ ਸਾਡਾ ਮੂਲ ਰਾਮ, ਰਹਿਤ ਹਦੂਰ, ਸਦਾ ਨਾਲ ਰਹਿੰਦੀ ਹੈ, ਸੁਰਤ ਰਹਿੰਦੀ ਉਹਦੇ ਨਾਲ ਹੀ ਹੈ। ਇਸੇ ਨੂੰ ਕਿਹਾ ਕਰਦਾ ਭੇਤੀ ਲੰਕਾ ਢਾਏ। ਪਤਾ ਉਹਨੂੰ ਸਾਰਾ ਹੀ ਹੈ, ਪਰ ਉਹ ਸੱਚ ਨਾਲ ਨਹੀਂ ਜੁੜਨ ਦਿੰਦਾ ਉਹਨੂੰ। ਸੋ ਸਦਾ ਹੀ ਨਾਲ ਹੈ। ਗੁਰਬਾਣੀ ਦੂਜੇ ਪਾਸੇ ਵੀ ਕਹਿੰਦੇ ਗੁਰ ਮੇਰਾ ਸੰਗ ਸਦਾ ਹੈ ਨਾਲੇ। ਅੰਗ 92 ਉੱਪਰ ਵੀ ਪਾਤਸ਼ਾਹ ਕਹਿੰਦੇ ਉਪਜੈ ਸਹਿਜ ਗਿਆਨ ਮਤ ਜਾਗੈ। ਕਹਿੰਦੇ ਜਦੋਂ ਸਹਿਜ ਉਪਜਦਾ, ਮਨ ਜਾਗਣਾ ਚਾਹੁੰਦਾ ਤਾਂ ਗਿਆਨ ਪ੍ਰਾਪਤ ਹੁੰਦਾ, ਮਤ ਜਾਗੈ, ਫਿਰ ਬੁੱਧੀ ਜਾਗਦੀ ਹੈ। ਸੋ ਜਿਹੜੇ ਧਰਮ ਦੇ ਆਗੂ ਨੇ ਉਹਨਾਂ ਨੂੰ ਵੀ ਸੱਚਖੰਡ ਵੱਲੋਂ ਕੁਝ ਹਦਾਇਤ ਆਈ ਹੈ, ਆਪਾਂ ਉਹਨਾਂ ਦੀ ਵੀ ਗੱਲ ਕਰਾਂਗੇ। ਅੰਗ 477 ਉੱਪਰ ਪਾਤਸ਼ਾਹ ਕਹਿੰਦੇ ਕਾਜੀ ਤੈਂ ਕਵਨ ਕਤੇਬ ਵਿਖਾਨੀ। ਹੁਣ ਕਾਜੀ ਨੂੰ ਕਹਿੰਦੇ ਵੀ ਤੈਂ ਕਿਹੜੀ ਕਿਤਾਬ ਦਾ ਵਿਖਿਆਨ ਕਰਿਆ। ਪੜ੍ਹਤ ਗੁਣਤ ਐਸੇ ਸਭ ਮਾਰੇ ਕਿਨੂੰ ਖਬਰ ਨਾ ਜਾਣੀ। ਕਹਿੰਦੇ ਤੂੰ ਤਾਂ ਪੜ੍ਹਨ ਲਾਤੇ ਤੇ ਜਾਂ ਗਿਣਤੀਆਂ ਕਰਨ ਲਾਤੇ। ਐਸੇ ਸਭ ਮਾਰੇ, ਕਹਿੰਦੇ ਤੂੰ ਤਾਂ ਸਾਰੇ ਹੀ ਮਾਰਤੇ। ਤੂੰ ਤਾਂ ਪੜ੍ਹਨ ਤੇ ਲਾਤਾ ਵੀ ਇਹਨੂੰ ਪੜ੍ਹੀ ਚਲੋ ਤੇ ਜਾਂ ਇਹਦੀ ਗਿਣਤੀ ਕਰੋ। ਐਸੇ ਸਭ ਹੀ ਮਾਰੇ ਕਿਨੂੰ ਖਬਰ ਨਾ ਜਾਣੀ, ਕਿਸੇ ਦੀ ਕੋਈ ਖਬਰ ਹੀ ਨਹੀਂ ਜਾਣੀ। ਜਦ ਕਿ ਤੂੰ ਪੜ੍ਹਨ ਵਾਸਤੇ ਨਹੀਂ ਸੀ ਆਇਆ, ਤੂੰ ਮੰਨਣ ਵਾਸਤੇ ਆਇਆ, ਕੁਝ ਸਮਝਣ ਵਾਸਤੇ ਆਇਆ, ਕੁਝ ਜਾਣਨ ਵਾਸਤੇ ਆਇਆ।
ਇੱਥੇ ਕਾਜੀ ਦੀ ਗੱਲ ਕਰਤੀ ਕਿਉਂਕਿ ਧਰਮ ਦਾ ਆਗੂ ਉਹ ਸੀ। ਗੁਰਬਾਣੀ ਅੱਜ ਵੀ ਕਹਿ ਰਹੀ ਹੈ। ਫਿਰ ਅੰਗ 150 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਨਾ ਹੋਏ ਜੋਗੀ ਨਾ ਹੋਏ ਜੰਗਮ ਨਾ ਹੋਏ ਕਾਜੀ ਮੁੱਲਾ ਦਈ ਬਿਗੋਏ ਫਿਰੈ ਬਿਗੁੱਤੇ ਫਿੱਟਾ ਵੱਤੇ ਗੱਲਾਂ। ਕਹਿੰਦੇ ਨਾ ਤਾਂ ਤੂੰ ਜੋਗੀ ਹੈ ਪਾਤਸ਼ਾਹ, ਕਹਿੰਦੇ ਨਾ ਤੂੰ ਜੰਗਮ ਹੈ, ਨਾ ਤੂੰ ਕਾਜੀ ਹੈ, ਨਾ ਤੂੰ ਮੁੱਲਾ ਹੈ। ਹੁਣ ਐਡੀ ਗੱਲ ਅੱਜ ਧਰਮ ਦਾ ਜਿਹੜਾ ਆਗੂ ਹੈ ਸੰਸਾਰ 'ਚ ਕੋਈ ਨਹੀਂ ਕਹਿੰਦਾ। ਸਾਡੇ ਅੱਜ ਧਰਮ ਦੇ ਆਗੂ ਕੀ ਕਹਿੰਦੇ ਵੀ ਆਪਾਂ ਤਾਂ ਸਾਰੇ ਭਾਈ ਹੈ, ਵੀ ਸਾਰੇ ਧਰਮ ਚੰਗੇ ਨੇ ਜੀ, ਕੋਈ ਧਰਮ ਮਾੜਾ ਨਹੀਂ। ਪਰ ਪਾਤਸ਼ਾਹ ਤਾਂ ਆਹ ਕੁਛ ਕਹਿ ਰਹੇ ਆ। ਪਾਤਸ਼ਾਹ ਕਹਿੰਦੇ ਧਰਮ ਇੱਕ ਹੈ, ਬਾਕੀ ਸਾਰੀਆਂ ਮੱਤਾਂ ਨੇ। ਕਹਿੰਦੇ ਨਾ ਹੋਏ ਜੋਗੀ ਨਾ ਹੋਏ ਜੰਗਮ ਨਾ ਹੋਏ ਕਾਜੀ ਮੁੱਲਾ ਦੇ ਬਗੋਏ ਫਿਰੈ ਬਗੁੱਤੇ। ਕਹਿੰਦੇ ਤੁਸੀਂ ਤਾਂ ਸਾਰਾ ਕੁਝ ਹੀ ਡੁਬੋ ਹੀ ਬੈਠੇ ਹੋ ਆਪਣਾ। ਫਿੱਟੇ ਵੱਤਾ ਗੱਲ ਹੈ, ਕਹਿੰਦੇ ਫਿੱਟ ਲਾਣ ਤਾਂ ਤੁਹਾਡੀਆਂ ਗੱਲਾਂ ਦੇ, ਜਿਵੇਂ ਆਪਾਂ ਵੀ ਕਹਿ ਦਿੰਦੇ ਆ ਕਿ ਫਿੱਟ ਲਾਣ ਤੇਰੇ ਯਾਰ, ਤੂੰ ਐਡਾ ਵੱਡਾ ਬੰਦਾ ਹੋ ਗਿਆ, ਛੋਟੀ ਜੀ ਗੱਲ ਪਿੱਛੇ ਤੂੰ ਝਗੜਾ ਪਾਈ ਬੈਠਾ। ਜੋਗੀ ਨੂੰ ਕਹਿੰਦੇ ਤੂੰ ਇੰਨਾ ਕੁਝ ਛੱਡ ਕੇ ਜੰਗਲਾਂ ਨੂੰ ਵਿੱਚ ਬੈਠਾ, ਪਹਾੜਾਂ ਦੇ ਵਿੱਚ ਬੈਠਾ, ਜੇ ਕੋਈ ਮਾੜੀ ਜੀ ਤੈਨੂੰ ਰੋਟੀ ਨਾ ਦੇਵੇ, ਭਿੱਖਿਆ ਨਹੀਂ ਦਿੰਦਾ, ਤੂੰ ਉਹਦੇ ਗਲ ਪੈ ਜਾਂਦਾ। ਜੰਗਮ ਹੋਣਗੇ ਮੰਗਤੇ, ਕਹਿੰਦੇ ਸਾਰਾ ਕੁਝ ਛੱਡ ਕੇ ਲੋਕਾਂ ਦੇ ਦਰਾਂ ਤੇ ਮੰਗਣ ਜਾਂਦੇ ਹੋ, ਤੇ ਜੇ ਮੰਗਤੇ ਨੂੰ ਕੋਈ ਭੀਖ ਨਾ ਪਾਵੇ ਤਾਂ ਮੰਗਤਾ ਗਲ ਪੈਂਦਾ, ਅੰਦਰੋਂ ਤੜਫਦਾ, ਅੰਦਰੋਂ ਖਿੱਚਦਾ। ਬਾਹਰੋਂ ਭਾਵੇਂ ਸੀਸ ਦਿੰਦਾ ਪਰ ਅੰਦਰੋਂ ਖਿਜਿਆ ਹੁੰਦਾ ਵੀ ਮੈਨੂੰ ਇਹਨਾਂ ਨੇ ਕਿਉਂ ਨਹੀਂ ਪਾਇਆ, ਮੈਂ ਇੰਨੀ ਦੁਨੀਆ ਛੱਡੀ। ਰੱਬ ਦੇ ਉਲਾਂਭਾ ਦੇਣ ਲੱਗ ਜਾਂਦਾ। ਨਾ ਉਹ ਕਾਜੀ, ਹੁਣ ਕਾਜੀ ਲੋਕਾਂ ਨੂੰ ਤਾਂ ਉਪਦੇਸ਼ ਦੇ ਰਿਹਾ ਪਰ ਆਪ ਨਹੀਂ ਮੰਨ ਰਿਹਾ। ਇਹ ਮੇਰੇ ਮਨ ਤੂੰ ਵੀ ਇਹੀ ਕੁਛ ਹੈ। ਅੰਗ 662 ਉੱਪਰ ਵੀ ਪਾਤਸ਼ਾਹ ਕਹਿੰਦੇ ਆ ਸੋ ਜੋਗੀ ਜੋ ਜੁਗਤੀ ਪਛਾਣੈ। ਆਹ ਹੈ ਕਹਿੰਦੇ ਜੋਗੀ ਜਿਹੜਾ ਜੁਗਤੀ ਨੂੰ ਪਛਾਣ ਲਵੇ ਵੀ ਮੈਂ ਇੱਥੋਂ ਨਿਕਲਣਾ ਕਿਵੇਂ। ਗੁਰ ਪ੍ਰਸਾਦੀ ਇੱਕੋ ਜਾਣਾ। ਕਹਿੰਦੇ ਜਿਹਨੇ ਜੁਗਤ ਪਛਾਣ ਲਈ, ਜਿਹੜਾ ਜੋਗੀ ਬਣ ਗਿਆ, ਜੋਗੀ ਹੁੰਦਾ ਜੁੜ ਜਾਣਾ, ਜਿਹਦਾ ਜੋਗ ਹੋ ਗਿਆ। ਗੁਰ ਪ੍ਰਸਾਦੀ, ਹੁਣ ਇੱਥੇ ਗੁਰ ਪ੍ਰਸਾਦੀ ਹੈ, ਇੱਕੋ ਜਾਣਾ। ਕਹਿੰਦੇ ਜਦੋਂ ਜੋਗੀ ਬਣ ਗਿਆ, ਗਿਆਨ ਦੀ ਪੂਰੀ ਕਿਰਪਾ ਹੋ ਗਈ, ਆਪਣੇ ਮੂਲ ਨਾਲ ਪੂਰਾ ਜੁੜ ਗਿਆ, ਤਾਂ ਇੱਕੋ ਜਾਣਾ। ਉਹ ਆਪ ਇੱਕ ਹੋ ਕੇ ਇੱਕੋ ਜਾਣ ਗਿਆ ਵੀ ਜਿਹੜੇ ਹੋਰ ਇੱਕ ਨੇ ਉਹ ਕਿਹੜੇ ਕਿਹੜੇ ਇੱਕ ਨੇ। ਫਿਰ ਉਹਨੂੰ ਇੱਕ ਦੀ ਸਾਰੀ ਸੋਝੀ ਆ ਜਾਂਦੀ, ਜਾਣਕਾਰੀ ਵੀ ਇੱਕ ਹੈ ਕੀ ਚੀਜ਼। ਉਹਨਾਂ ਚ ਨਹੀਂ ਆਉਂਦਾ। ਕਾਜੀ ਸੋ ਜੋ ਉਲਟੀ ਕਰੇ। ਕਹਿੰਦੇ ਕਾਜੀ ਤਾਂ ਉਹ ਹੈ ਕਿ ਜਿਹੜਾ ਸਾਰੀ ਗੱਲ ਹੀ ਉਲਟੀ ਕਰੇ ਸੰਸਾਰ ਨਾਲੋਂ। ਤੁਸੀਂ ਤਾਂ ਸੰਸਾਰ ਦੇ ਹੱਕ ਦੀ ਗੱਲ ਕਰਦੇ ਹੋ, ਸੰਸਾਰ ਤੋਂ ਉਲਟ ਗੱਲ ਕੀ ਹੈ ਕਿ ਕੂੜ ਰਾਜਾ ਕੂੜ ਭਰਜਾ ਕੂੜ ਸਭ ਸੰਸਾਰ। ਇਸ ਸੰਸਾਰ ਤੋਂ ਉਲਟ ਹੈ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਪਾਉਣਾ। ਸੰਸਾਰ ਤੋਂ ਉਲਟ ਹੈ। ਸੰਸਾਰ ਦੋ ਹੀ ਕੈਟਾਗਰੀਆਂ ਨੇ, ਜਾਂ ਕੋਈ ਮੂਰਖ ਜਾਂ ਕੋਈ ਸਿਆਣਾ, ਪਰ ਪਾਤਸ਼ਾਹ ਦੋਨੇ ਚੀਜ਼ਾਂ ਨੂੰ ਉਹ ਰੱਦ ਕਰਦੇ। ਕਹਿੰਦੇ ਕਾਜੀ ਸੋ ਜੋ ਉਲਟੀ ਕਰੇ। ਜਦੋਂ ਉਲਟ ਕਰੇ, ਉਲਟੀ ਰੇ ਕਰ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ। ਗੁਰ ਪ੍ਰਸਾਦੀ ਜੀਵਤ ਮਰੈ। ਕਹਿੰਦੇ ਫੇਰ ਹੈ ਜਿਹੜਾ ਗੁਰ ਪ੍ਰਸਾਦੀ ਹੈ, ਇੰਨੀ ਸੋਝੀ ਆ ਜਾਂਦੀ ਹੈ ਕਿ ਪਹਿਲਾ ਮਰਨ ਕਬੂਲ जीवन की छड़ आस हो सबना की रेणका तो आओ हमारे पास। ये तो गल काजी की करती, उपर जोगी की करती। हुण पातशाह कहते सो ब्राह्मण जो ब्रह्म विचार है। कहते वो ब्राह्मण है जिहड़ा दरगाह च प्रवाणित है, जिहड़ा दरगाह च प्रवाणित काजी है, जिहड़ा उल्टी करे सारे संसार नालों। साची प्रीत हम तुम संग जोरी तुम संग जोर अवर संग तोरी। ये सी काजी, दरगाही काजी। ये है दरगाही ब्राह्मण सो ब्राह्मण जो ब्रह्म विचार है आप तरह सगले कुल तार है। जो आप ब्रह्म दी विचार है, विचार लिखिया हुआ है, थां थां ते पातशाह ने विचार लिखे। आप ही तरह, हुण इहदा मतलब आप तरह नहीं है भी आप तरदा ते दूजिਆਂ ਨੂੰ भी तारदा। आप ही तरह सगले कुल तार है। हुण सगले कुल की तार है कि वो अपनिया कुलों ਨੂੰ ਤਾਰ ਦਿੰਦਾ। ਜਿਵੇਂ ਸਾਡੇ ਵੀ ਕਹਿੰਦੇ ਸੰਤਾਂ ਦੀ 21 ਕੁੱਲਾਂ ਤਰ ਜਾਂਦੀਆਂ ਨੇ। ਫਿਰ ਪੰਜਵੇਂ ਪਾਤਸ਼ਾਹ ਦੇ ਤਾਂ ਪਿਰਥੀ ਚੰਦ ਵਿਰੋਧੀ ਸੀ, ਫਿਰ ਉਹ ਵੀ ਤਰ ਗਏ। ਸਗਲੇ ਕੁੱਲ ਸੱਚਖੰਡ ਹੈ ਸਾਰੀ ਕੁੱਲ ਭਗਤ ਦੀ।
ਤਾਰਾ ਹੈ, ਫਿਰ ਉਹਨੂੰ ਪਤਾ ਲੱਗਦਾ ਵੀ ਆ ਜਿੰਨੇ ਸੱਚਖੰਡ 'ਚ ਬੈਠੇ ਆ ਸਾਰੇ ਤਰੇ ਹੋਏ ਹੀ ਨੇ, ਇਹ ਮਾਇਆ ਚੋਂ ਬਾਹਰ ਨੇ। ਇਹ ਹੈ ਮੇਰੀ ਕੁੱਲ। ਪਹਿਲਾਂ ਉਹ ਕੁੱਲ ਦੂਜੀ ਮੰਨਦਾ ਸੀ ਸੰਸਾਰੀ, ਉਹ ਕਹਿੰਦਾ ਮੇਰੀ ਨਹੀਂ ਇਹ ਕੁੱਲ, ਇਹ ਤਾਂ ਮਾਸੋ ਹੀ ਮਾਸ ਉਪਜੈ, ਮਾਸੋਂ ਸਭੇ ਸਾਖ। ਇਹ ਤਾਂ ਮਾਸ ਨਾਲ ਸੰਬੰਧਿਤ ਗੱਲਾਂ ਨੇ, ਜੋਤ ਨਾਲ ਸੰਬੰਧਿਤ ਨਹੀਂ ਹੈ ਕੋਈ ਵੀ ਰਿਸ਼ਤਾ। ਨਾਮ ਤਰੀਕ ਝੂਠੇ ਸਭ ਸਾਖ ਨੇ। ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ, ਆਪੀ ਤਰੈ ਸਗਲੇ ਕੁਲ ਤਾਰੈ, ਉਹ ਬ੍ਰਾਹਮਣ ਹੈ। ਸੋ ਪਾਤਸ਼ਾਹ ਕਹਿੰਦੇ ਸੁਣਿਆ ਸਤ ਸੰਤੋਖ ਗਿਆਨ, ਅਨਹਦ ਨਾਦ ਜਾਂ ਤੁਰਕੀ ਬਾਣੀ ਕਿਸ ਨੂੰ ਸੁਣੀ ਹੈ, ਜਿਸ ਦੇ ਅੰਦਰ ਸਤ ਸੰਤੋਖ ਹੋ ਗਿਆ। ਸਤ ਸਰੂਪ ਤਾਂ ਹੈ ਹੀ ਜੀਵ, ਬਸ ਸੰਤੋਖੀ ਨਹੀਂ। ਮਾਇਆ ਦੀ ਦੌੜ 'ਚ ਹੈ, ਉਹ ਛੱਡ ਦਿੱਤੀ ਤਾਂ ਟਿਕ ਗਿਆ। ਛੱਡੀ ਕਾਹਦੇ ਨਾਲ ਹੈ? ਗਿਆਨ ਨਾਲ ਹੈ। ਐਵੇਂ ਕਹਿਣ ਨਾਲ ਮਾਇਆ ਨਹੀਂ ਛੁੱਟਦੀ। ਇਹ ਮੇਰੇ ਮਨਾ, ਜੇ ਵੀ ਬੰਦਾ ਗੱਲਾਂ ਹੀ ਕਰੀ ਚੱਲੇ, ਇੱਕ ਨਹੀਂ ਛੁੱਟਦੀ। ਗਿਆਨ ਨਾਲ ਮਨ ਛੁੱਟਦੀ, ਕਿਉਂਕਿ ਗਿਆਨ ਕਬਦ ਦਾ ਮਨ ਹੈ। ਮਨ ਨੂੰ ਘੇਰਨ ਵਾਲੀ ਇੱਕੋ ਹੀ ਚੀਜ਼ ਹੈ ਗਿਆਨ। ਅੰਗ 1023 ਉੱਪਰ ਵੀ ਪਾਤਸ਼ਾਹ ਕਹਿੰਦੇ ਸਤਜੁਗ ਸਤ ਸੰਤੋਖ ਸ਼ਰੀਰਾ। ਮਾਇਆ ਛੱਡਣ ਦਾ ਗਿਆਨ ਗੁਰਬਾਣੀ ਚੋਂ ਮਿਲਦਾ ਹੈ। ਗਿਆਨ ਲੈ ਕੇ ਮਾਇਆ ਛੱਡੀ ਜਾਂਦੀ ਹੈ ਤੇ ਸਤਜੁਗ ਦੇ ਵਿੱਚ ਸੱਚ ਸਰੂਪ ਸਦਾ ਲਈ ਬਣ ਜਾਂਦਾ ਹੈ। ਸਤਜੁਗ ਸਤ ਸੰਤੋਖ ਸ਼ਰੀਰਾ। ਉੱਥੇ ਜਿਹੜੇ ਸ਼ਰੀਰਾਂ ਨੇ, ਉੱਥੇ ਜਿਹੜੀਆਂ ਜੋਤਾਂ ਨੇ, ਉਹ ਸਤ ਸੰਤੋਖ ਵਾਲੀਆਂ ਨੇ, ਉਹਨਾਂ ਨੂੰ ਹੀ ਸਤਜੁਗ ਆਖਿਆ ਜਾਂਦਾ ਹੈ। ਸੋ ਇੱਥੋਂ ਤੱਕ ਹੀ ਅੱਜ ਦੀ ਵਿਚਾਰ ਸੀ। ਸੁਣਿਆ ਸਤ ਸੰਤੋਖ ਗਿਆਨ। ਉਸ ਤੋਂ ਅੱਗੇ ਦੀ ਵਿਚਾਰ ਜੇ ਗੁਰ ਨੇ ਕਿਰਪਾ ਕੀਤੀ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ